ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕੀਦਾ ਸਾਡੇ ਨਾਲ ਹਾਜ਼ਰ ਨੇ ਕੀਦਾ ਸਾਹਿਬ, ਵੈਲਕਮ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕ ਸਰੋਤਿਆਂ ਲਈ ਧੰਨਵਾਦ ਤੁਹਾਡਾ, ਸਾਰੀ ਟੀਮ ਦੇ ਨਾਲ ਜੁੜਨ ਲਈ ਸ਼ੁਕਰੀਆ। ਕੀ ਕਵਾਂ, ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿੱਤਰੂ ਬੜੇਵੇਂ ਖਾਣੀ ਤਾਂ ਬਈ नेत्र की तो बड़े बेआबरू होके तेरे कूचे से अपने शहर से हम निकले। पटियाला हार गए, चैलेंज करते सी, अजे तो चोणां दूर ने। ये तो छित्तर ना स्याह मारन वाली गल सी, पर स्याह भज गया। की लगदा कि दबाव है पटियाले विच साहब जी दा? मैनूं तो बड़े बेवस जे नज़र आए सवेरे। हाय कुर्सी, हाय कुर्सी, हाय कुर्सी, भालू वांगरा नाच नचाए कुर्सी। हाँ जी दसियो। हाँ जरा। हाँ चावला साहब, कैप्टन अमरिंदर सिंह कांग्रेस में तो नहीं रहे ਹੁਣ ਉਹ ਪੰਜਾਬ ਲੋਕ ਕਾਂਗਰਸ ਵਿੱਚ ਆ ਗਏ ਆ ਤੇ ਇਹ ਵੀ ਕੋਈ ਦੋ ਰਾਮਾਂ ਨਹੀਂ ਗਈਆਂ ਵੀ ਕਾਂਗਰਸ ਦੀ ਮਦਦ ਵੀ ਨਹੀਂ ਕਰਨਗੇ। ਫਿਰ ਵੀ ਪਟਿਆਲੇ ਦੇ ਵਿੱਚ ਜਿਹੜੀਆਂ ਕੁੱਲ ਸੀਟਾਂ ਨੇ ਐਮਸੀ ਦੀਆਂ ਉਹ 60 ਸੀਟਾਂ ਐਮਸੀ ਨੇ, 3 MLA ਆ ਉੱਥੇ ਤੇ 63 ਬਣ ਜਾਂਦੇ ਨੇ। 63 ਵਿੱਚੋਂ ਇੱਕ ਹਾਜ਼ਰ ਨਹੀਂ ਹੋਇਆ, ਰਹਿ ਗਏ 62। 62 ਦੇ ਵਿੱਚੋਂ ਇੱਕ ਨੇ ਵੋਟ ਨਹੀਂ ਪਾਈ ਕਿਸੇ ਨੂੰ, ਉਹ ਕਿਸੇ ਨੂੰ ਵੋਟ ਨਹੀਂ ਪਾਈ, ਨਾ ਉੱਧਰ ਨਾ ਉੱਧਰ, ਤੇ ਰਹਿ ਗਏ 61 ਵਿੱਚੋਂ 25 ਜਿਹੜੀਆਂ ਵੋਟਾਂ ਕੈਪਟਨ ਅਮਰਿੰਦਰ ਸਿੰਘ ਦੇ ਪੱਖੀ ਜਿਹੜੇ ਮੇਅਰ ਸੀਗੇ, ਸਾਬਕਾ ਪੁਰਾਣੇ ਮੇਅਰ ਸੰਜੀਵ ਬਿੱਟੂ ਨੂੰ ਪੈ ਗਈਆਂ। 36 ਪੈ ਗਈਆਂ ਕਾਂਗਰਸ ਦੇ ਖੇਮੇ ਵਿੱਚ। ਮਤਲਬ ਕਿ ਇੰਨਾ ਜ਼ੋਰ ਲਾਇਆ ਕਾਂਗਰਸ ਨੇ ਉੱਥੇ ਇਸ ਤਰੀਕੇ ਨਾਲ। ਬੇਸ਼ੱਕ ਕੈਪਟਨ ਹਾਰ ਗਿਆ, ਬੇਸ਼ੱਕ ਕੈਪਟਨ ਦਾ ਜਿਹੜਾ ਮੇਅਰ ਹੈਗਾ ਉਹ ਸਸਪੈਂਡ ਕਰਤਾ ਗਿਆ, ਗੱਲ ਵੱਖ ਹੈ, ਪਰ ਇੰਨਾ ਜ਼ਿਆਦਾ ਜ਼ੋਰ ਲਾਉਣ ਦੇ ਕਾਂਗਰਸ ਨਵਜੋਤ ਸਿੱਧੂ ਲੈ ਲਓ ਤੁਸੀਂ, ਉੱਥੇ ਬੜਾ ਮਹਿੰਦਰਾ ਜਿਹੜਾ ਬਿਲਕੁਲ ਆਮੋ ਸਾਹਮਣੇ ਦਾ ਮਹਿਲ ਆ ਅਮਰਿੰਦਰ ਦਾ, ਬਿਲਕੁਲ ਸਾਹਮਣੇ ਦੀ ਕੋਠੀ ਆ ਬਰਮਿੰਦਰ ਦੀ, ਆਮੋ ਸਾਹਮਣੇ ਨੇ। ਪਹਿਲਾਂ ਵੀ ਇਹਨਾਂ ਦਾ ਇੱਕ ਖੜਾਕਾ ਚੱਲਦਾ ਰਹਿੰਦਾ ਸੀਗਾ, ਫਿਰ ਠੀਕ ਹੋ ਗਏ। ਇਸ ਸਰਕਾਰ ਦੇ ਵਿੱਚ ਬੜਾ ਮਹਿੰਦਰੇ ਦੀ ਬੜੀ ਵੈਲਿਊ ਬਣਾਈ ਹੈ ਕੈਪਟਨ ਅਮਰਿੰਦਰ ਨੇ, ਬਹੁਤ ਵੈਲਿਊ ਬਣਾਈ ਆ। ਤਕਰੀਬਨ ਮੁੱਖ ਮੰਤਰੀ ਸੀਗਾ ਬ੍ਰਹਮ ਮਹਿੰਦਰਾ, ਪਰ ਬ੍ਰਹਮ ਮਹਿੰਦਰਾ ਉਹਦੇ ਬਿਲਕੁਲ ਸਾਹਮਣੇ ਖੜ ਗਿਆ ਕਿ ਕਹਿੰਦੇ ਵੀ ਅਸੀਂ ਤਾਂ ਆਪਣੀ ਜਿੱਤਣੀਆਂ ਚੋਣ। 36 ਜਿਹੜੇ ਕਿ ਐਮਸੀ ਦੀਆਂ ਵੋਟਾਂ ਆਪਣੇ ਪੱਖ ਵਿੱਚ ਪਾਉਣ ਵਿੱਚ ਬ੍ਰਹਮ ਮਹਿੰਦਰਾ, ਨਵਜੋਤ ਸਿੱਧੂ, ਚੰਨੀ ਸਮਝ ਲਓ ਤੁਸੀਂ, ਤੇ ਲਾਲ ਸਿੰਘ ਹੋ ਗਏ ਪਟਿਆਲੇ ਤੋਂ, ਤੇ ਰਜਿੰਦਰ ਸਿੰਘ, ਕਾਕਾ ਰਜਿੰਦਰ ਸਿੰਘ ਹੋ ਗਏ, ਨਿਰਮਲ ਸਿੰਘ ਹੋ ਗਏ, ਇਹ ਸਾਰੇ ਹੀ ਬੰਦੇ ਕਾਮਯਾਬ ਵੋਟਾਂ ਪਾਉਣ ਵਿੱਚ ਹੋ ਗਏ ਸਾਰੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ, ਬੀਬੀ ਪਰਨੀਤ ਕੌਰ ਕੈਪਟਨ ਦੀ ਘਰ ਵਾਲੀ ਹੈ, ਤੇ ਉਹਦੇ ਨਾਲ ਸੰਜੀਵ ਬਿੱਟੂ ਤੇ ਹੋਰ ਐਮਸੀ ਸੀਗੇ, ਸਾਰੇ ਹੀ ਇਕੱਠੇ ਰਹੇ। ਉਹਨਾਂ ਨੇ ਬਹੁਤ ਜ਼ੋਰ ਤਨ ਲਾਇਆ, ਮਹਿਲਾ ਦੇ ਵਿੱਚ ਦਿੱਤੀਆਂ ਪਾਰਟੀਆਂ 20 22 ਐਮਸੀ ਮਹਿਲਾ ਵਿੱਚ ਰੱਖੇ, ਟਿਕਾ ਕੇ ਤੇ 25 ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ। ਤੇ ਉਹ ਸਸਪੈਂਡ ਕਰਤਾ ਗਿਆ। ਕੈਪਟਨ ਨੇ ਕਿਹਾ ਕਿ ਜੇ ਮੇਰਾ ਮੇਅਰ ਹਟਾਇਆ ਤੁਸੀਂ, ਮੈਂ ਹਾਈ ਕੋਰਟ ਵਿੱਚ ਜਾਵਾਂਗਾ, ਕਿਉਂਕਿ ਇਹ ਆਪਣਾ 1 ਤਿਹਾਈ 2 ਤਿਹਾਈ ਵੋਟਾਂ ਦੀ ਲੋੜ ਸੀਗੀ। 21 ਵੋਟਾਂ ਸਾਨੂੰ ਲੋੜ ਸੀ, ਅਸੀਂ 25 ਵੋਟਾਂ ਲੈਣ 'ਚ ਕਾਮਯਾਬ ਹੋ ਗਏ ਹਾਂ। ਤੇ ਇਸ ਕਰਕੇ ਮੇਅਰ ਨੂੰ ਮੇਅਰ ਨੇ ਜੋ ਬਹੁਮਤ ਸਾਬਤ ਵੀ ਕਰਨਾ ਸੀਗਾ, ਸਗੋਂ ਇੱਕ ਮਤਾ ਸੀਗਾ, ਵਿਰੋਧੀ ਮਤਾ ਪੇਸ਼ ਲੈ ਕਰਨਾ ਸੀ ਆਪਾਂ ਨੇ, ਤੇ 2 ਤਿਹਾਈ ਲੋੜ ਸੀਗੀ ਤੇ ਅਸੀਂ 25 ਲੈ ਰਹੀਆਂ, ਸਾਨੂੰ 21 ਦੀ ਲੋੜ ਸੀ। ਕੀ ਇਹ ਲਾ ਦੇ ਵਿੱਚ ਲਿਖਿਆ, ਨੋਟਬੁੱਕ 'ਚ ਲਿਖਿਆ, ਕਾਨੂੰਨ ਦੇ ਦਾਇਰੇ 'ਚ ਲਿਖਿਆ ਹੈ? ਹਾਂ, ਇਹ ਗੱਲ ਕਿ ਮੈਂ ਕਾਨੂੰਨ ਨਹੀਂ ਪੜ੍ਹਿਆ ਚਾਵਲਾ ਸਾਹਿਬ, ਇਹ ਕੈਪਟਨ ਅਮਰਿੰਦਰ ਸਿੰਘ ਦੀ ਜ਼ਬਾਨੀ ਹੈਗੀ ਆ। ਉਹ ਕਹਿੰਦੇ ਵੀ ਕੈਪਟਨ ਸਾਹਿਬ ਕਹਿ ਦੇਣ, ਕੈਪਟਨ ਸਾਹਿਬ ਤੇ ਜੋ ਮਰਜ਼ੀ ਕਹਿ ਦੇਣ ਨਾ, ਕੈਪਟਨ ਸਾਹਿਬ ਦੇ ਕਹਿਣ ਦੇ ਨਾਲ ਥੋੜੀ ਕਾਨੂੰਨ ਬਣ, ਕਾਨੂੰਨ ਤੇ ਬਣੇ ਹੁੰਦੇ ਨੇ ਨਾ, ਨਿਯਮ ਤੇ ਪਹਿਲਾਂ ਲਿਖੇ ਹੁੰਦੇ ਨੇ, ਰੂਲ ਐਂਡ ਰੈਗੂਲੇਸ਼ਨ ਤਾਂ ਪਹਿਲਾਂ ਬਣੇ ਹੁੰਦੇ ਨੇ ਨਿਯਮ ਜਿਹੜੇ। ਹਾਂ ਠੀਕ ਹੈ ਚਾਵਲਾ ਸਾਹਿਬ, ਤੁਹਾਡੀ ਨਿਯਮ ਬਣੇ ਹੁੰਦੇ ਨੇ, ਇਹ ਗੱਲ ਤੁਹਾਡੀ ਬਿਲਕੁਲ ਵਾਜਬ ਹੈ, ਪਰ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਹਾਈ ਕੋਰਟ ਜਾਣ ਦੀ ਗੱਲ ਕਰ ਰਿਹਾ, ਤੇ ਇੱਕ ਲੀਡਰ ਹੈਗਾ ਉਹ ਪਟਿਆਲੇ ਦਾ, ਲੋਕਾਂ ਨੂੰ ਇੰਨਾ ਬੇਵਕੂਫ ਨਹੀਂ ਸਰ ਬਣਾ ਸਕਦਾ ਉਹਨੂੰ ਪਤਾ ਹੋਏਗਾ ਕਿ 21 ਬੰਦੇ ਚਾਹੀਦੇ। ਗੁੜਕਾ ਹੱਥ 'ਚ ਫੜ ਕੇ ਕੌਮ ਨੂੰ ਬੇਵਕੂਫ ਬਣਾ ਸਕਦੇ। ਪਟਿਆਲਾ ਕੀ ਆ? ਗੁੜਕਾ ਹੱਥ 'ਚ ਫੜ ਕੇ ਮੱਥੇ ਨੂੰ ਲਾ ਕੇ ਸਹੁੰ ਖਾ ਕੇ ਪੰਥ ਨੂੰ ਬੇਵਕੂਫ ਬਣਾ ਸਕਦੇ ਆ, ਤਾਂ ਇਹ ਕੀ ਆ? ਪਟਿਆਲਾ ਕੀ ਆ? ਮੇਅਰ ਕੀ ਆ? ਇਹ ਲਿਖਿਆ ਕਾਨੂੰਨ ਕੀ ਆ? ਨਿਯਮ ਕੀ ਆ? ਗੱਲ ਤੇ ਨਿਯਮਾਂ ਦੀ ਹੋਣੀ ਹੈ, ਪੜ੍ਹ ਕੇ ਦੱਸਿਓ ਜਰਾ। ਵਾਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਚੰਨੀ ਕਹਿੰਦੇ ਹਨ ਕਿ ਮੈਂ ਹਾਈ ਕਮਾਂਡ ਦੇ ਕਹਿਣ ਤੇ ਚੱਲ ਰਿਹਾ ਹਾਂ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਮਰਨ ਵਰਤ ਤੇ ਬੈਠਾਂਗਾ। ਇੱਥੇ ਰੱਖ ਠੋਕੋ ਤਾਲੀ। ਚੰਨੀ ਰਾਜੀ ਸਿੰਘ ਚੰਨੀ ਦੀ ਸਰਕਾਰ ਚੱਲ ਰਹੀ ਆ, ਤੇ ਸਰਕਾਰ
ਚੱਲਣ ਦੇ ਵਿੱਚ ਉਹ ਕਹਿੰਦੇ ਸੀ ਕਿ ਕਈ ਜਦੋਂ ਨਾ ਦਸ਼ਰਥ ਯੁੱਧ ਲੜ ਰਹੇ ਸੀਗੇ, ਜਦੋਂ ਲੜਦੇ ਹੋਏ ਉਹਦੇ ਰੱਥ ਵਿੱਚੋਂ ਉਹਦਾ ਜਿਹੜਾ ਮੁੱਠਾ ਹੁੰਦਾ ਨਾ, ਉਹਦਾ ਜਿਹੜੀ ਹੱਬ ਹੁੰਦੀ ਆ ਚਲਾਉਂਦੀ ਆ ਉਹਨੂੰ ਟਾਇਰ, ਉਹਦਾ ਪਹੀਆ ਹੁੰਦਾ, ਉਹ ਟੁੱਟ ਗਈ। ਕਹਿੰਦੇ ਕਿ ਕਈ ਨੇ ਆਪਣੀ ਉਂਗਲੀ ਵਿੱਚ ਦੇ ਕੇ ਹੱਬ ਦੀ ਜਗ੍ਹਾ ਉਹ ਰੱਥ ਗਿਰਨ ਦਿੱਤਾ, ਤੇ ਉਹ ਕਹਿੰਦੇ ਕਮਾਲ ਹੋ ਗਈ। ਦਸ਼ਰਥ ਕਹਿੰਦਾ ਬੜੀ ਕਮਾਲ ਹੋ ਗਈ, ਤੁਸੀਂ ਮੇਰਾ ਰੱਥ ਬਚਾ ਲਿਆ, ਮੈਨੂੰ ਤੁਸੀਂ ਗਿਰਨ ਤੋਂ ਬਚਾ ਲਿਆ, ਮੰਗੋ ਕੀ ਮੰਗਦੇ ਹੋ? ਉਹ ਕਹਿੰਦੀ ਬਈ ਕਦੇ ਵਕਤ ਆਉਣ ਤੇ ਮੰਗਾਂਗੇ। ਮੰਗਿਆ ਤਾਂ ਕੀ ਮੰਗਿਆ ਉਹਨੇ? ਮੰਗਿਆ ਕਿ ਮੇਰੇ ਮੁੰਡੇ ਨੂੰ ਦੇ ਰਾਜ ਤੇ ਸ਼੍ਰੀ ਰਾਮ ਨੂੰ ਦੇ 14 ਸਾਲ ਦਾ ਬਨਵਾਸ, ਇਹ ਬਾਤ ਚ ਮੰਗਿਆ ਫਿਰ ਉਹਨੇ। ਤੇ ਹਾਲਾਤ ਇਹ ਨੇ ਕਿ ਅੱਜ ਮੁੱਠ ਜਿਹੜੀ ਹੈਗੀ ਆ ਚੰਨੀ ਨੂੰ, ਉਹਦੇ ਚੰਨੀ ਦੇ ਰੱਥ ਨੂੰ, ਚੱਲਦੇ ਹੋਏ ਰੱਥ ਨੂੰ ਹੱਥ ਦੇਣਾ ਬਣਦਾ ਨਵਜੋਤ ਸਿੱਧੂ ਦਾ। ਵਕਤ ਹੈ, ਸਮਾਂ ਹੈ, ਪਰ ਉਹਦੇ ਰੱਥ ਵਿੱਚੋਂ ਸਗੋਂ ਖੁਦ ਹੀ ਕਿੱਲੀ ਕੱਢਣ ਲੱਗੇ ਹੋਏ ਨੇ। ਹਰ ਵਕਤ ਕੋਈ ਨਾ ਕੋਈ ਐਸੀ, ਇੱਕ ਪਾਸੇ ਇਕੱਠੇ ਨਜ਼ਰ ਆਉਂਦੇ ਨੇ ਦੋਵੇਂ ਜਣੇ, ਰੈਲੀਆਂ ਵਿੱਚ ਇਕੱਠੇ ਆਉਂਦੇ ਨੇ। ਕੱਲ ਮੋਗੇ ਵਿੱਚ ਬੜੇ ਵੱਡੇ ਪੱਧਰ ਨਜ਼ਰ ਆਏ। ਦੂਜੇ ਪਾਸੇ ਉਹਦੇ ਰੱਥ ਚੱਲਦੇ ਹੋਏ ਰੱਥ ਵਿੱਚੋਂ ਜਿਹੜੀ ਹੱਬ ਹੈਗੀ ਆ ਉਹ ਕੱਢਣ ਵਾਸਤੇ ਵੀ ਜ਼ੋਰ ਲਾ ਦਿੰਦੇ ਆ। ਤਾਂ ਇਹ ਕਹਿੰਦੇ ਆ ਕਿ ਚੰਨੀ ਦੀ ਕੋਈ ਬਹੁਤੀ ਵੈਲਿਊ ਨਾ ਬਣ ਜਾਵੇ ਪੰਜਾਬ ਦੇ ਵਿੱਚ, ਤਾਂ ਕਿ ਫਿਰ ਮੈਂ ਬਾਅਦ ਚ ਮੁੱਖ ਮੰਤਰੀ ਨਾ ਬਣ ਸਕਾਂ। ਫਿਰ ਇਹ ਗੱਲ ਮਨ ਚ ਉਹਨਾਂ ਦੀ ਗੱਲ ਹੋਣੀ, ਤਾਂ ਕਰਕੇ ਹੁਣ ਉਹ ਕਹਿੰਦੇ ਆ, ਚੰਨੀ ਕਹਿੰਦਾ ਮੈਂ ਹਾਈ ਕਮਾਂਡ ਦੇ ਹੁਕਮ ਅਨੁਸਾਰ ਚੱਲ ਰਿਹਾ, ਜੋ ਹਾਈ ਕਮਾਂਡ ਕਹਿੰਦੀ ਆ ਮੈਂ ਉਦਾਂ ਹੀ ਕੰਮ ਕਰਦਾ, ਮੈਂ ਆਪਣੇ ਵੱਲੋਂ ਕੁਝ ਨਹੀਂ ਕਰ ਰਿਹਾ। ਤੇ ਵਧੀਆ ਗੱਲ, ਹਾਈ ਕਮਾਂਡ ਦੀ ਵੈਲਿਊ ਬਣਾਈ ਆ ਉਹਨਾਂ ਨੇ। ਪਰ ਨਵਜੋਤ ਕਹਿੰਦੇ ਆ ਕਿ STF ਜਿਹੜੀ ਨਸ਼ਿਆਂ ਦੀ ਰਿਪੋਰਟ ਸੀਗੀ, ਜੇ ਉਹ ਨਾ ਖੁੱਲੀ ਉਹ ਰਿਪੋਰਟ, ਤਾਂ ਜਿਹੜੀ ਮੈਂ ਮਰਨ ਵਰਤੇ ਬੈਠਾਂਗਾ। ਫਿਰ ਉਹ ਰਿਪੋਰਟ ਨੂੰ ਖੁਲਵਾਓ ਪੰਜਾਬ ਸਰਕਾਰ, ਨਹੀਂ ਤਾਂ ਮੈਂ ਮਰਨ ਵਰਤੇ ਬੈਠ ਜਾਵਾਂਗਾ। ਤੇ ਇਹ ਹੁਣ ਪੰਜਾਬ ਸਰਕਾਰ ਦੇ ਉੱਪਰ ਬੜਾ ਵੱਡਾ ਇੱਕ ਤਰ੍ਹਾਂ ਦਾ ਆਇਆ ਵੀ ਉਹ ਕੀ ਖਿਲਾਉਣ ਚ ਕਾਮਯਾਬ ਹੋਣਗੇ, ਕਿਉਂਕਿ ਹਾਈ ਕੋਰਟ ਚ ਪਈ ਆ ਰਿਪੋਰਟ। ਉਹ ਇੱਕ ਚਾਵਲਾ ਸਾਹਿਬ ਹੋਰ ਵੀ ਗੱਲ ਹੈਗੀ ਆ, ਇੱਕ ਤੱਕ ਇਹ ਵੀ ਆਇਆ ਸੀਗਾ ਕਿ ਉਹ ਰਿਪੋਰਟ ਵਿਧਾਨ ਸਭਾ ਦੀ ਹੈਗੀ ਆ, ਜੇ ਚਾਹੁਣ ਤਾਂ ਵਿਧਾਨ ਸਭਾ ਵਿੱਚ ਵੀ ਰਿਪੋਰਟ ਖੋਲੀ ਜਾ ਸਕਦੀ ਹੈ। ਇਹ ਵੀ ਪੱਖ ਸਾਹਮਣੇ ਆਇਆ ਸੀਗਾ। ਪਰ ਸਿੱਧੂ ਸਾਹਿਬ ਇਹ ਕਹਿੰਦੇ ਆ ਕਿ ਇਹ ਰਿਪੋਰਟ ਤੁਰੰਤ ਖੁਲਾਈ ਜਾਵੇ, ਤਾਂ ਕਿ ਪਤਾ ਲੱਗੇ ਕਿ ਕੌਣ ਨਸ਼ਿਆਂ ਦੇ ਸੌਦਾਗਰ ਹੈਗੇ ਆ। ਕਾਕਾਈ ਦਾ ਜ਼ਿਕਰ ਤੁਸੀਂ ਕੀਤਾ, ਬਚਪਨ ਤੋਂ ਸੁਣਦੇ ਆਏ ਆ। ਠੀਕ ਹੈ, ਉਹਨੇ ਵਰ ਲੈ ਲਿਆ। ਉਸ ਵਕਤ ਉਹ ਰਾਜੇ ਦਾ ਰਾਜ ਸੀ, ਉਹ ਵਰ ਦੇ ਪੂਰੇ ਉਤਰਦੇ ਸੀ। ਧਰਮੀ ਲੋਕ ਕਹਿੰਦੇ ਸੀ ਭਗਵਾਨ ਰਾਮ ਜੀ ਨੂੰ ਭੇਜ ਦਿੱਤਾ ਗਿਆ, ਭਰਾਤਾ ਲక్ష్మణ ਵੀ ਚਲੇ ਗਏ। ਉਹ ਭਰਾ ਵੀ ਕਹਿੰਦਾ ਮੈਂ ਜੋੜਿਆਂ ਦੇ ਨਾਲ ਰਾਜ ਕਰਨਾ, ਰੱਖ ਲਿਆ ਸੀ ਨਾ ਖੜਾਵਾਂ, ਖੜਾਵਾਂ ਰੱਖ ਰਹੀ ਸੀ ਨਾ। ਦੂਜੇ ਪਾਸੇ ਆ ਜਿਹੜਾ ਰੱਥ ਵਾ ਚੱਲਦਾ ਪਿਆ, ਇਸ ਰੱਥ ਨੂੰ ਜੇਕਰ ਥੰਮਣਾ ਦੇ ਕੇ ਨਵਜੋਤ ਸਿੱਧੂ ਆਪਣੀਆਂ ਕਹੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਹੁਣ ਇਸ ਵੇਲੇ ਪ੍ਰਚਾਰ ਨਹੀਂ ਕਰਦੇ, ਜ਼ੋਰ ਨਹੀਂ ਦਿੰਦੇ। ਉਹ ਜਿਹੜਾ ਸੀ ਵਚਨ ਦਿੱਤੇ ਜਾਂਦੇ ਸੀ ਉਸ ਵਕਤ, ਤੇ ਉਹਨਾਂ ਨੇ ਵਚਨ ਪੂਰੇ ਕਰਤੇ। ਕੀ ਤੁਹਾਨੂੰ ਲੱਗਦਾ ਕਿ ਚੰਨੀ ਸਾਹਿਬ ਜਿਹੜੇ ਕਹਿੰਦੇ ਕਿ 2 ਜਗ੍ਹਾ ਤੋਂ ਮੈਂ ਸੀਟ ਰਲਣੀ ਹੈ, ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਅਗਲੀ ਸੀਟ ਦਿਖਾਈ ਦਿੰਦੀ, ਤੇ ਨਵਜੋਤ ਸਿੱਧੂ ਨੂੰ ਉਹ ਬਹਿਣ ਦੇਣਗੇ? ਨਵਜੋਤ ਸਿੱਧੂ ਸਮੇਂ ਦਰ ਸਮੇਂ ਜੇ ਵਿਰੋਧੀਆਂ ਦੇ ਖਿਲਾਫ ਬੋਲਦਾ, ਤਾਂ ਉਹ ਪਹਿਲਾਂ ਵੀ ਆਮ ਆਪਣੀ ਪਾਰਟੀ ਦੇ ਵਿਚਕਾਰ ਰਹਿ ਕੇ ਵੀ ਬੋਲਦਾ ਰਿਹਾ। ਇਹੀ ਕਾਰਨ ਹੈ ਕਿ ਉੱਥੇ ਦੀ ਦਾਲ ਨਹੀਂ ਗਲੀ, ਉੱਥੇ ਉਹ ਬਸ ਸਾਈਡ ਤੇ ਹੋਇਆ। ਤੇ ਪਰ ਜੇ ਰੇਤਾ ਵਾਲਾ ਮਸਲਾ ਵਾ, ਜੇ ਇਹ ਜਿਹੜੀ ਲਿਸਟ ਵਾਲਾ ਮਸਲਾ ਆ, ਜਾਂ ਫਾਈਲ ਜਿਹੜੀ ਤੁਸੀਂ ਗੱਲ ਕਰਦੇ ਹੋ, ਜਾਂ ਹੋਰ ਮਸਲੇ ਨੇ, ਤੇ ਜੇ ਉਹ ਚੁੱਪ ਕਰ ਜਾਂਦਾ ਤਾਂ ਫਿਰ ਉਹ ਦੂਜਿਆਂ ਨੂੰ ਥੰਮਣਾ ਦੇਣ ਜੋਗਾ, ਫਿਰ ਆਪਣੇ ਥੰਮਣੇ ਉਹਦੇ ਥੰਮਣੇ ਨੂੰ ਕਿਸੇ ਨੇ ਹੱਥ ਨਹੀਂ ਦੇਣਾ। ਖਿਆਲ ਰੱਖਿਓ, ਰਾਜਨੀਤੀ ਹੈ। ਅਗਲਾ ਵੇਖੋ, ਤੁਸੀਂ ਨਵਜੋਤ ਸਿੱਧੂ ਦੇ ਖਿਲਾਫ ਹੋਣੇ ਹੀ ਐਡਵੋਕੇਟ ਪਰਮਜੀਤ ਸਿੰਘ ਬਾਜਵਾ, ਗੱਲ ਤਾਂ ਆਪਾਂ ਕਰਦੇ ਹਟੇ ਆ। ਉਹਦੀ ਪਟੀਸ਼ਨ ਅਮਨ ਜੀ ਖਬਰਾਂ ਸੁਣਾ ਕੇ ਸੁਣਵਾਈ 10 ਦਸੰਬਰ ਨੂੰ, ਇਹ ਹੋ ਟਿਬਰੀਆਂ ਕੱਸਣੀਆਂ ਸ਼ੁਰੂ ਹੋ ਗਈਆਂ ਕਿ ਨਹੀਂ? ਦੱਸੋ ਤੁਸੀਂ ਕੀ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਜਿਹੜੀ 10 ਦਸੰਬਰ ਦੀ ਸੁਣਵਾਈ ਹੈਗੀ ਹੈ ਚਲੋ ਸਰ, ਜਿਹੜੀ ਆਪਣਾ ਉਹ ਠੀਕ, ਇਹ ਜਿਹੜੀ ਆਪਣਾ ਨਾ ਨਵਜੋਤ ਸਿੱਧੂ ਜਾਂ ਹੋ ਗਿਆ ਜਿਹਨਾਂ ਦੀ ਜਿਹੜੀ ਉਹ STF ਵਾਲੀ ਰਿਪੋਰਟ ਹੈਗੀ ਆ, ਉਸ ਦੀ ਗੱਲ ਹੀ ਕਰ ਰਹੇ ਆਪਾਂ। ਮੈਂ ਤੁਹਾਡਾ ਸਵਾਲ ਸਮਝਿਆ ਨਹੀਂ ਸੀ ਚੱਲਦਾ। ਨਵਜੋਤ ਸਿੱਧੂ ਦੇ ਖਿਲਾਫ ਐਡਵੋਕੇਟ ਪਰਮਜੀਤ ਸਿੰਘ ਬਾਜਵਾ ਦੀ ਪਟੀਸ਼ਨ, ਅਗਲੀ ਸੁਣਵਾਈ 10 ਦਸੰਬਰ ਨੂੰ। ਹਾਂ ਚਾਵਲਾ ਸਾਹਿਬ, ਉਹ ਅਸਲ ਵਿੱਚ ਜਿਹੜੀ ਪਟੀਸ਼ਨ ਹੈਗੀ ਆ ਨਾ, ਉਹ ਉਹਨਾਂ ਨੇ ਜਿਹੜੇ ਟਵੀਟ ਕਰਦੇ ਆ ਨਾ ਨਵਜੋਤ ਸਿੱਧੂ ਬਾਰ-ਬਾਰ, ਉਹ ਕਹਿੰਦੇ ਆ ਕਿ STF ਦੀ ਰਿਪੋਰਟ ਅੱਜ ਖੁੱਲੇਗੀ ਜਾਂ ਕੱਲ ਖੁੱਲੇਗੀ। ਉਹ ਐਡਵੋਕੇਟ ਜਨਰਲ ਹਰਿਆਣਾ ਦੇ ਕੋਲੇ ਪਈ ਆ ਉਹ, ਕਿਉਂਕਿ ਪਹਿਲਾਂ ਐਡਵੋਕੇਟ ਜਨਰਲ ਪੰਜਾਬ ਦਾ ਹੈ ਨਹੀਂ ਸੀਗਾ, ਤੇ ਹੁਣ ਐਡਵੋਕੇਟ ਜਨਰਲ ਪੰਜਾਬ ਦਾ ਭਾਵੇਂ ਪਟਵਾਰੀਆ ਆ ਚੁੱਕਿਆ, ਪਰ ਹਰਿਆਣਾ ਦੇ ਐਡਵੋਕੇਟ ਜਨਰਲ ਵਿੱਚ ਉਹ ਪਟੀਸ਼ਨ ਪਾਈ ਹੈ, ਕਿਉਂਕਿ ਹਰਿਆਣਾ ਹੀ ਪਾਰਟੀ ਹੈ ਵਿੱਚ ਉਹਦੇ ਉਸ ਪਟੀਸ਼ਨ ਦੇ ਵਿੱਚ। ਤੇ ਉਹ ਇਸ ਕਰਕੇ ਜਿਹੜੇ ਆਪਣਾ ਬਾਜਵਾ ਸਾਹਿਬ ਹੈਗੇ ਆ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਹਾਈ ਕੋਰਟ ਦੇ ਵਿੱਚ ਕੇਸ ਚੱਲਣਾ ਜਿਹਦਾ ਮਾਨਹਾਨੀ ਦਾ ਸਿੱਧੂ ਦੇ ਖਿਲਾਫ, ਕਿਉਂਕਿ ਉਹ ਹਾਈ ਕੋਰਟ ਦੀ ਵੀ ਉਲੰਘਣਾ ਕਰਦੇ ਆ।
ਉਹ ਆਪਣੀ ਮਨਮਰਜ਼ੀ ਨਾਲ ਹੀ ਹਾਈ ਕੋਰਟ ਨੂੰ ਸੰਦੇਸ਼ ਦੇ ਰਹੇ ਆ, ਤੁਸੀਂ ਏਦਾਂ ਕਰੋ ਏਦਾਂ ਕਰੋ, ਏਦਾਂ ਨਹੀਂ ਕਰ ਸਕਦੇ ਹੋ। ਤੇ ਜੇਕਰ ਐਡਵੋਕੇਟ ਜਨਰਲ 10 ਦਸੰਬਰ ਨੂੰ ਉਸ ਪਟੀਸ਼ਨ ਨੂੰ ਮਾਨਤਾ ਦੇ ਦਿੰਦੇ ਆ, ਸਾਈਨ ਕਰ ਦਿੰਦੇ ਆ, ਤਾਂ ਨਵਜੋਤ ਦੇ ਖਿਲਾਫ ਕੇਸ ਦਰਜ, ਨਵਜੋਤ ਤੇ ਕੇਸ ਚੱਲ ਜਾਏਗਾ ਹਾਈ ਕੋਰਟ ਦੇ ਵਿੱਚ। ਉਹ ਹਾਈ ਕੋਰਟ 'ਚ ਜਵਾਬ ਤਾਂ ਦੇਣਾ ਪੈਣਾ, ਇਹ ਮਾਨਹਾਨੀ ਦਾ ਕੇਸ ਹੋਏਗਾ ਚਾਵਲਾ ਸਾਹਿਬ। ਅਕੀਦਾ ਸਾਹਿਬ, ਆਪਾਂ ਅਕਸਰ ਨੈਤਿਕਤਾ ਤੇ ਅਨੈਤਿਕਤਾ ਦੀ ਗੱਲ ਕਰਦੇ ਹਾਂ। ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਤੇ ਆਮ ਆਦਮੀ ਪਾਰਟੀ ਮੇਰੇ ਖਿਆਲ ਚ ਵਿਰੋਧੀ ਧਿਰ ਦੀ ਨੇਤਾ ਚੁਣੇ ਗਏ ਉਹਦੇ, ਹਨਾ, ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਚੁਣੇ ਗਏ ਤੇ ਉਹਦੇ ਵਿੱਚ ਜਦੋਂ ਆਏ ਨਾ ਖਹਿਰਾ ਸਾਹਿਬ, ਤੇ ਪਤਾ ਲੱਗ ਗਿਆ ਸੀ ਕਿ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾ ਰਹੀ ਆ ਪੰਜਾਬ ਦੇ ਵਿੱਚ। ਪਤਾ ਉਹ ਸ਼ਾਇਦ ਤੁਹਾਨੂੰ ਸਵਾਲ ਕਿੱਦਾਂ ਉੱਠਦੇ ਸੀ, ਕਿੱਦਾਂ ਲਾਲਾ ਹੁੰਦੀ ਸੀ, ਕਿਵੇਂ ਲਾਲਾ ਜੀ ਨੇ ਸਾਈਡ ਤੇ ਕੀਤਾ, ਉਹ ਤੁਸੀਂ ਅਸੀਂ ਜਾਣਦੇ ਹਾਂ। ਹੁਣ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਕੀ ਵਾਕਈ ਹੀ ਨੈਤਿਕਤਾ ਦੇ ਤੌਰ ਤੇ ਬੈਠਣ ਦੇ ਹੱਕ ਦੇ ਵਿੱਚ ਹੈ? ਕਿਉਂਕਿ ਐਮਐਲਏ ਤੇ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੀ ਘੱਟ ਨੇ, ਘੱਟ ਗਏ। ਹਾਂ, ਤੇ ਇਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ? ਇਹਨਾਂ ਦੇ ਮਤਲਬ ਇਹ ਕਿਸ ਲੈਵਲ ਤੇ ਕਿਸ ਤਰੀਕੇ ਨਾਲ ਬਹਿ ਸਕਦੇ ਆ ਆਪੋਜੀਸ਼ਨ ਦੇ ਵਿੱਚ? ਕੀ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਸ਼ਹਿ ਪ੍ਰਾਪਤ ਆ ਤਾਂ ਬੈਠਦੇ ਨੇ? ਨੈਤਿਕਤਾ ਦੇ ਤੌਰ ਤੇ ਤਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਵੈਸੇ ਇਸਤੀਫਾ ਦੇ ਦੇਣਾ ਚਾਹੀਦਾ, ਆਪੋਜੀਸ਼ਨ ਦੇ ਹੱਕ 'ਚ ਬੈਠ ਹੀ ਨਹੀਂ ਸਕਦਾ ਉਤੇ ਭਾਵੇਂ ਸਮਾਂ ਥੋੜਾ ਵਾਧਾ ਘਾਟਾ। ਕਿਸ ਹੈਸੀਅਤ ਦੇ ਨਾਲ? ਕੋਈ ਐਮਐਲਏ ਤੇ ਇਹਨਾਂ ਦੇ ਕਿਰਦੇ ਜਾ ਰਹੇ ਰੇਦੀ ਬੋਰੀ ਵਾਂਗੂ। ਬਿਹਤਰ ਜਨ ਕਰਨਾ ਚਾਹੀਦਾ ਚਾਵਲਾ ਸਾਹਿਬ, ਤੇਰੀ ਗੱਲ ਸਹੀ ਆ। ਰਜੈਨ ਉਹਨਾਂ ਨੂੰ ਕਰ ਦੇਣਾ ਚਾਹੀਦਾ ਵੀ ਅਸੀਂ ਐਲਓਪੀ ਹੁਣ ਰਹੀ ਨਾ, ਸਾਡੇ ਐਮਐਲਏ ਕਰੀ ਗਏ। ਜਗਤਾਰ ਸਿੰਘ ਹੁਣੀ ਵੀ ਚਲੇ ਗਏ ਆ ਤੇ ਉਹ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਿਆ, ਤੇ ਇਸ ਤੋਂ ਪਹਿਲਾਂ ਸਾਰੇ ਐਮਐਲਏ ਜਿਹੜੇ ਕਾਫੀ ਐਮਐਲਏ ਚਲੇ ਗਏ, 7-8 ਦੇ ਕਰੀਬ ਐਮਐਲਏ ਚਲੇ ਗਏ, 7 ਦੇ ਕਰੀਬ। ਇੱਕ ਕਮਰ ਸੰਧੂ ਨਹੀਂ ਗਿਆ, ਜੇ ਕਮਰ ਸੰਧੂ ਸਸਪੈਂਡ ਕੀਤਾ ਹੋਇਆ, ਜੇ ਪਾਰਟੀ ਚੋਂ ਬਾਹਰ ਨਹੀਂ ਗਿਆ ਹੈਗਾ। ਉਹ ਵੀ ਗਏ 12 ਐਮਐਲਏ ਰਹਿ ਗਏ ਆ ਮੇਰੇ ਖਿਆਲ ਤੇ ਉਹਨਾਂ ਦੇ 14 ਮੇਰੇ ਖਿਆਲ 12 ਉਹਨਾਂ ਦੇ 14 ਨੇ, 12 ਐਮਐਲਏ ਇਹਨਾਂ ਰਹਿ ਗਏ ਆ। ਤੇ ਜਿਹੜਾ ਹਾਲਾਤ ਇਹ ਆ ਕਿ ਅੱਜ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਵੈਸੇ ਆਪਣੇ ਆਪ ਹੀ। ਇਹ ਵੈਸੇ ਵਿਧਾਨ ਸਭਾ ਦਾ ਸਪੀਕਰ ਦੇ ਹੱਥ 'ਚ ਵੀ ਹੁੰਦੀ ਹੈ ਗੱਲ। ਵਿਧਾਨ ਸਭਾ ਦੇ ਸਪੀਕਰ ਇਹ ਗੱਲ ਕਹਿ ਸਕਦੇ ਆ ਕਿ ਆਪਣਾ ਭਾਈ ਤੁਸੀਂ ਪੱਖ ਰੱਖੋ ਕਿ ਤੁਹਾਡੇ ਕਿੰਨੇ ਐਮਐਲਏ ਹੈਗੇ ਆ, ਤਾਂ ਕਿ ਵਿਰੋਧੀ ਧਿਰ ਦੇ ਵਿੱਚ ਬੈਠਣ ਦੇ ਕਾਬਿਲ ਹੈਗੇ ਹੋ ਕਿ ਨਹੀਂ ਹੈਗੇ। ਪਰ ਚੋਣਾਂ ਨੇੜੇ ਆ, ਮੇਰੇ ਖਿਆਲ 'ਚ ਏਦਾਂ ਦੀ ਕਾਰਵਾਈ ਕੋਈ ਨਹੀਂ ਕਰਨਗੇ ਉਹ ਸ਼ਾਇਦ। ਪਰ ਫਿਰ ਵੀ ਇਹਨਾਂ ਨੂੰ ਆਪਣੇ ਲੈਵਲ ਤੇ ਹੀ ਇਹਨਾਂ ਦੀ ਜਿਹੜੀ ਅੰਦਰੋਂ ਜੇਕਰ ਵਾਕਈ ਨੈਤਿਕਤਾ ਦੀ ਗੱਲ ਕਰਦੇ ਨੇ ਵੀ ਭਾਈ ਵੇਖੋ ਅਸੀਂ ਗਿਣਤੀ ਮਿੰਤੀ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਵਾਲੇ ਜਿਹੜੇ ਸਾਡੇ ਨਾਲੋਂ ਜ਼ਿਆਦਾ ਐਮਐਲਏ ਨੇ ਸਾਡੇ ਤੱਕ ਲਗੇ, ਹਾਂਜੀ ਅਸੀਂ ਅਸਤੀਫਾ ਦਿੰਦੇ ਹਾਂ। ਸ਼ਾਇਦ ਲੋਕਾਂ 'ਚ ਥੋੜਾ ਬਹੁਤਾ ਰਹਿ ਜਿਵੇਂ ਵੀ ਕੁਰਸੀ ਨੂੰ ਜੱਫੇ ਪਾਉਣ ਵਾਲੇ ਨਹੀਂ ਹੈ, ਤੇ ਆਮ ਬੰਦੇ ਨੇ, ਆਮ ਬੰਦੇ ਦੀ ਗੱਲ ਸੁਣਦੇ। ਚਲੋ, ਕੇਜਰੀਵਾਲ ਸਾਹਿਬ ਕਹਿੰਦੇ, ਲਾਲਾ ਜੀ ਕਹਿੰਦੇ ਕਿ ਮੈਂ ਕਾਂਗਰਸ ਦਾ ਕੂੜਾ ਕਰਕਟ ਨਹੀਂ ਆ ਹੁੰਜਣਾ, ਪਰ ਜੇ ਹੁਣ ਕਾਂਗਰਸ ਦਾ ਇਹ ਜਿਨ੍ਹਾਂ ਨੂੰ ਕੂੜਾ ਕਰਕਟ ਕਿਹਾ ਤੇ ਜੇ ਜਾਂਦੇ ਨੇ ਤੇ ਸਮਝ ਲਓ ਕਿ ਇਹਨਾਂ ਨਾਲ ਧੱਕਿਆ ਕੋਈ ਨਹੀਂ ਜਹਾਨ ਤੋਂ ਹੋਊਗਾ ਆਮ ਆਦਮੀ ਪਾਰਟੀ, ਜੇ ਇਦਾਂ ਫਿਰ ਇੰਨੀ ਬੇਇੱਜ਼ਤੀ ਕਰਾਉਣ ਦੇ ਬਾਵਜੂਦ ਵੀ ਜਾਂਦੇ ਨੇ। ਠੀਕ ਹੈ ਨਾ? ਫਿਰ ਫਿਰ ਗਿਰੇ ਹੋਏ ਇਹਦੋਂ ਗਿਰਿਆ ਹੋਇਆ ਕੋਈ ਨਹੀਂ, ਫਿਰ ਚੁੱਪ ਕਰਕੇ ਪਾਰਟੀ 'ਚ ਰਹੀ ਚੱਲ। ਐਨੀਵੇ, ਕਾਂਗਰਸ ਘਮਸਾਨ ਬਾਰੇ ਆਪਾਂ ਗੱਲ ਕਰੀਏ ਤਾਂ ਪਟਿਆਲੇ 'ਚ ਦੇਖਿਆ ਹੀ ਹੈ, ਘਮਸਾਨ ਹੀ ਆ। ਹੁਣ ਇੱਕ ਨੂੰ ਮਨਾਉਂਦੇ ਆ, ਦੂਜਾ ਰੁੱਸ ਜਾਂਦਾ, ਕੀ ਕਰੀਏ? ਕਹਿੰਦੇ ਕਿ ਰੂਠੇ ਪੀਆ ਮਨਾਉ ਕੈਸੇ। ਜਾਖੜ ਸਾਹਿਬ ਤੇ ਬੜੇ ਸਿੱਧੇ ਸਾਦੇ ਜੇ, ਬੜੇ ਨਰਮ ਜੇ ਸੁਭਾਅ ਦੇ, ਪਰੰਤੂ ਲੱਗਦਾ ਹੈ ਕਿ ਜਨਾਬ ਕਾਫੀ ਦਿਨਾਂ ਤੋਂ ਚੁੱਪ ਨੇ, ਕਿਤੇ ਰੁੱਸੇ ਤਾਂ ਨਹੀਂ? ਕਈ ਵਾਰੀ ਬਿਆਨ ਤਾਂ ਦਿੰਦੇ ਆ ਚਾਵਲਾ ਸਾਹਿਬ, ਕਈ ਵਾਰੀ ਚੰਨੀ ਦੇ ਖਿਲਾਫ ਬੋਲ ਦਿੰਦੇ ਆ, ਪਰ ਖਿਲਾਫ ਹੀ ਬੋਲਦੇ ਆ। ਕਾਂਗਰਸੀ ਸਫਾਂ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ। ਕੱਲ ਹਰੀਸ਼ ਚੌਧਰੀ ਜਿਹੜੇ ਹੈਗੇ ਆ, ਉਹ ਇਹਨਾਂ ਕੋਲ ਮਿਲਣ ਵਾਸਤੇ ਗਏ ਸੀਗੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਕੰਪੇਨ ਟੀਮ ਹੈਗੀ ਆ ਪੰਜਾਬ ਦੀ ਕੰਪੇਨ ਟੀਮ ਦੇ ਤੁਸੀਂ ਮੁਖੀ ਬਣੋ, ਆਓ ਆਪਾਂ ਕੰਪੇਨ ਟੀਮ ਲੈ ਕੇ ਤੇ ਅੱਗੇ ਵਧੀਏ ਤੇ ਚੋਣਾਂ ਜਿੱਤੀਏ। ਕਹਿੰਦੇ ਅਜੇ ਤੱਕ ਸੁਨੀਲ ਜਾਖੜ ਉਹਨੇ ਮੰਨੇ ਨਹੀਂ ਗਏ ਕੰਪੇਨ ਟੀਮ ਦੇ ਮੁਖੀ ਬਣਨ ਵਾਸਤੇ, ਤੇ ਮਨਾਇਆ ਜਾ ਰਿਹਾ। ਕਾਂਗਰਸ ਵਿੱਚ ਇੱਕ ਘਮਸਾਨ ਚੱਲ ਰਿਹਾ। ਨਵਜੋਤ ਸਿੱਧੂ ਨੂੰ ਮਨਾਉਂਦੇ ਆ ਤਾਂ ਸੁਨੀਲ ਜਾਖੜ ਆ ਜਾਂਦਾ, ਸੁਨੀਲ ਜਾਖੜ ਨੂੰ ਮਨਾਉਂਦੇ ਆ ਤਾਂ ਹੋਰ ਕੋਈ ਸਾਹਮਣੇ ਆ ਜਾਂਦਾ। ਕਦੇ ਪ੍ਰਤਾਪ ਸਿੰਘ ਬਾਜਵਾ ਚਿੱਠੀ ਲਿਖ ਦਿੰਦਾ ਆਪਣੀ, ਕਦੇ ਕੋਈ। ਇਹ ਕਾਂਗਰਸ ਚੱਲ ਰਿਹਾ ਇਸ ਟਾਈਮ। ਕਹਿੰਦੇ ਵੀ ਦਾਣੇ ਜਿਹੜੇ ਜਦੋਂ ਹੁੰਦੇ ਆ ਨਾ, ਕਹਿੰਦੇ ਘੋਲੇ ਵਿੱਚ ਫਿਰ ਘੱਟ ਲੜਾਈ ਪੈਂਦੀ ਹੈ, ਜਦੋਂ ਦਾਣੇ ਮੁੱਕਦੇ ਆ ਉਦੋਂ ਲੜਾਈ ਪੈਣੀ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਦਾਣੇ ਮੁੱਕਣ ਖਸਾਰ ਜਾਰੀ ਹੈ, ਇਸ ਕਰਕੇ ਅਗਲੀ ਚੋਣਾਂ ਆ ਰਹੀਆਂ ਨੇ, ਤੇ ਇਸ ਕਰਕੇ ਚੋਣ ਸਮਾਗਮ ਆਉਣ ਵਾਲਾ ਹੈ। ਹਜੇ ਮੰਨੇ ਨਹੀਂ ਚਾਵਲਾ ਸਾਹਿਬ ਸੁਨੀਲ ਜਾਖੜ, ਜੇ ਮੰਨ ਗਏ ਤਾਂ ਸ਼ਾਇਦ ਉਹ ਕੰਪੇਨ ਕਮੇਟੀ ਦੇ ਮੁਖੀ ਬਣ ਸਕਦੇ ਆ। ਪਿੰਡਾਂ ਵਿੱਚੋਂ ਪਿੰਡ ਸੁਣੀਦਾ ਤੇ ਕਹਿੰਦੇ ਪਿੰਡ ਸੁਣੀਦਾ ਮੋਗਾ। ਹੁਣ ਮੋਗਾ ਪਿੰਡ ਨਹੀਂ ਰਿਹਾ, ਮੋਗਾ ਮਹਾਨਗਰ ਬਣ ਗਿਆ। ਉੱਥੋਂ ਦਾ ਇੱਕ ਸਾਧ ਸੁਣੀਦਾ ਤੇ ਕਹਿੰਦੇ ਬੜੀ ਉਸ ਦੀ ਸੋਭਾ, ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ, ਪਿਛੋਂ ਮਾਰਦਾ ਗੋਡਾ। ਹਨਾ ਏਦਾਂ ਹੀ ਸੀਗਾ।
ਪਤਾ ਲੱਗਿਆ ਭਾਰ ਸਹਿਣ ਨਾ ਜੋਗਾ। ਆਮ ਆਦਮੀ ਪਾਰਟੀ ਦਾ ਇੱਕ ਹੋਰ ਚਲ ਗਿਆ, ਆਮ ਆਦਮੀ ਪਾਰਟੀ ਦਾ ਇਹ ਗੋਡਾ ਭਾਰ ਸਹਿਣ ਜੋਗਾ ਹੈਗਾ। ਮੋਗਾ ਰੈਲੀ ਦੇ ਵਿੱਚ ਜਗਤਾਰ ਸਿੰਘ ਜਗਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ, ਕੀ ਕਹਿਣਾ ਚਾਹੋਗੇ? ਜਗਤਾਰ ਸਿੰਘ ਜੱਗਾ ਚਲੇ ਗਏ ਜੀ। ਪਹਿਲਾਂ ਅਸਲ ਚ ਨਾ ਜਦੋਂ ਵਿਧਾਨ ਸਭਾ ਸੈਸ਼ਨ ਸੀਗਾ ਚਾਵਲਾ ਸਾਹਿਬ, ਉਸ ਟਾਈਮ ਸੰਕੇਤ ਦੇਤੇ ਸੀਗੇ ਜਗਤਾਰ ਸਿੰਘ ਜੱਗਾ ਨੇ ਕਿ ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ। ਰਸਮੀ ਤੌਰ ਤੇ ਚੰਨੀ ਜੀ ਨੇ ਇਹਨਾਂ ਦਾ ਸਵਾਗਤ ਵੀ ਕਰ ਲਿਆ ਸੀਗਾ ਉਸੇ ਤੌਰ ਤੇ, ਪਰ ਹਰੇ ਸ਼ਾਮਲ ਹੋਣ ਦਾ ਜਿਹੜਾ ਕਿ ਪੱਕੇ ਤੌਰ ਤੇ ਐਲਾਨ ਜਿਹੜਾ ਹੋਇਆ ਕੱਲ ਮੋਗੇ ਦੇ ਵਿੱਚ ਹੋਇਆ। ਤੇ ਬੇਸ਼ੱਕ ਇਹਨਾਂ ਦੇ ਘਰੇ LOP ਵੀ ਗਿਆ ਸੀਗਾ ਚੀਮਾ ਸਾਹਿਬ, ਤੇ ਆਮ ਆਦਮੀ ਪਾਰਟੀ ਦੇ ਬਾਕੀ ਲੀਡਰ ਵੀ ਕਈ ਗਏ ਸੀਗੇ ਕਿ ਤੁਸੀਂ ਨਾ ਜਾਓ ਪਾਰਟੀ ਛੱਡ ਕੇ, ਪਰ ਉਹਨੇ ਸ਼ਰੇਆਮ ਦੋ ਤੋਂ ਕਹਿਤਾ ਸੀ ਕਿ ਮੈਂ ਕਾਂਗਰਸ ਪਾਰਟੀ ਵਿੱਚ ਜਾਣਾ ਹੈਗਾ, ਮੈਂ ਆਮ ਆਦਮੀ ਪਾਰਟੀ ਵਿੱਚ ਨਹੀਂ ਰਹਿਣਾ। ਫੁੱਲ ਕਿਰ ਰਹੇ ਨੇ ਜਾਂ ਫਿਰ ਫਲ ਕਿਰ ਰਹੇ ਨੇ ਆਮ ਆਦਮੀ ਪਾਰਟੀ ਦਾ, ਵਕਤ ਨੂੰ ਪਤਾ ਹੈ ਫਲ ਫੁੱਲ ਕੌਣ ਕਿਰਦਾ ਹੈ। ਪਰ ਇੱਕ ਗੱਲ ਹੈਗੀ ਹੈ ਕਿ ਇਹ ਸੰਦਰਭ ਦਾ ਚੋਣਾਂ ਦੇ ਵਿੱਚ ਬਹੁਤ ਅਸਰ ਪੈਣਾ। ਆਮ ਆਦਮੀ ਪਾਰਟੀ ਦਾ ਜਿਹੜਾ ਕਿ ਜਿਵੇਂ ਪਹਿਲਾਂ ਸੀਗਾ ਨਾ ਆਪਣੇ ਆਪ 'ਚ ਇੱਕ ਬੜਾ ਵੱਡਾ ਸੀਗਾ ਵੀ ਉਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਬਣਾ ਸਕਦੀ ਆ, ਉਹ ਹੁਣ ਥੋੜਾ ਘਟ ਗਿਆ, ਕੁਝ ਪਰਸੈਂਟੇਜ ਘਟੀ ਹੈ ਚਾਵਲਾ ਸਾਹਿਬ। ਪਰਨੀਤ ਕੌਰ, ਇਹ ਹੁਣ ਪੁੜਾਂ ਦੇ ਵਿੱਚ ਫਸੇ ਹੋਏ ਵਾਲੀ ਗੱਲ ਵਾ ਜਿਹੜੀ ਮੈਂ ਕਰਨ ਲੱਗਾ। ਪੰਜਾਬ ਕਾਂਗਰਸ ਦੇ ਵਿੱਚ ਕਾਫੀ ਵੱਡੀ ਇਹ ਚੀਜ਼ ਨੂੰ ਲੈ ਕੇ ਚਰਚਾ ਹੈ ਕਿ ਉਹ ਤਾਂ ਕਹਿੰਦੇ ਕਿ ਮੈਂ ਪਰਿਵਾਰ ਨਾਲ ਰਹਿਣਾ, ਪਰਿਵਾਰ ਨਾਲ ਖੜੀ ਹੈ, ਪਤੀ ਧਰਮ ਨਿਭਾ ਰਹੀ ਹੈ। ਦੇਖ ਵੀ ਲਿਆ ਆਪਾਂ ਪਟਿਆਲੇ ਦੇ ਵਿੱਚ। ਪਰਨੀਤ ਕੌਰ ਨੂੰ ਲੈ ਕੇ ਪੰਜਾਬ ਕਾਂਗਰਸ ਆਪਸ ਵਿੱਚ ਫਸੀ। ਹੁਣ ਫੈਸਲਾ ਕੀ ਹੁੰਦਾ ਹੈ, ਇਹਨੂੰ ਮਤਲਬ ਤਲਬ ਕਰਦੇ ਨੇ ਜਾਂ ਨਹੀਂ ਕਰਦੇ, ਤੁਸੀਂ ਕੀ ਕਹਿਣਾ ਚਾਹੋਗੇ? ਕਰਨ ਤਾਂ ਚਾਵਲਾ ਸਾਹਿਬ ਕੀਤੀ ਆ 7 ਦਿਨਾਂ ਦੇ ਵਿੱਚ। ਪਰਸੋਂ ਨੋਟਿਸ ਜਾਰੀ ਕੀਤਾ ਸੀਗਾ, ਸ਼ੋਅ ਅੱਜ ਨੋਟਿਸ ਵੀ ਤੁਸੀਂ ਦੱਸੋ ਕਿ ਤੁਸੀਂ ਕੈਪਟਨ ਦੇ ਪੱਖ ਵਿੱਚੋਂ ਜਾਂ ਫਿਰ ਕਾਂਗਰਸ ਦੇ ਪੱਖ ਵਿੱਚੋਂ, ਕੈਪਟਨ ਦੀ ਲੋਕ ਕਾਂਗਰਸ ਪਾਰਟੀ ਜਿਹੜੀ ਹੈਗੀ ਉਹਦੇ ਨਾਲੋਂ, ਜਾਂ ਤੁਸੀਂ ਇਹ ਸਪਸ਼ਟ ਕਰੋ ਤੁਸੀਂ ਲੋਕ ਕਾਂਗਰਸ ਵਿਰੋਧੀ ਕਾਰਵਾਈਆਂ ਕਰ ਰਹੇ ਹੋ। ਸਾਬਤ ਵੀ ਕੱਲ ਹੋ ਗਿਆ, ਕਾਂਗਰਸ ਵਿਰੋਧੀ ਕਾਰਵਾਈਆਂ ਕਰਨ ਦਾ ਕੰਮ ਕੱਲ ਸਾਬਤ ਵੀ ਹੋ ਗਿਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਮੇਰੇ ਖਿਆਲ 'ਚ ਪਰਨੀਤ ਕੌਰ ਜਿਹੜੀ ਹੈਗੀ ਆ ਉਹ ਸ਼ਾਇਦ ਨਾ ਰਹੇ ਕਾਂਗਰਸ ਵਿੱਚ, ਪਰ ਉਹ ਆਪ ਖੁਦ ਰਿਜ਼ਾਈਨ ਨਹੀਂ ਦੇਣਾ ਚਾਹੁੰਦੀ ਕਾਂਗਰਸ ਤੋਂ। ਕਾਰਨ ਹੈ ਕਿ ਜੇ ਉਹ ਖੁਦ ਰਿਜ਼ਾਈਨ ਦੇਣਾ ਚਾਹੁੰਦੀ ਹੈ ਤਾਂ ਉਹ ਮੈਂਬਰ ਪਾਰਲੀਮੈਂਟ ਦੀ ਸੀਟ ਵੀ ਖੁੱਸਦੀ ਜਾਵੇ। ਮੈਂਬਰ ਪਾਰਲੀਮੈਂਟ ਦੀ ਸੀਟ ਵੀ ਖਤਮ ਹੋ ਜਾਂਦੀ ਹੈ ਜੇਕਰ ਉਹ ਆਪ ਰਿਜ਼ਾਈਨ ਕਰਦੀ ਹੈ। ਜੇਕਰ ਕਾਂਗਰਸ ਨੂੰ ਕੱਢਦੀ ਹੈ ਪਾਰਟੀ ਚੋਂ ਤਾਂ ਉਹਦੀ ਮੈਂਬਰ ਪਾਰਲੀਮੈਂਟ ਦੀ ਸੀਟ ਬਚ ਜਾਂਦੀ ਹੈ। ਉਸੇ ਤਰ੍ਹਾਂ ਕੰਮ ਚੱਲ ਰਿਹਾ ਵੀ ਉਹ ਹੁਣ ਕਾਂਗਰਸ ਫਸੀ ਹੋਈ ਇਸ ਕਰਕੇ ਵੀ ਅਸੀਂ ਕੱਢੀ ਜਾਂ ਆਪ ਨਿਕਲੇ। ਕਾਂਗਰਸ ਇਸ ਗੱਲ ਤੇ ਆ ਵੀ ਜੇਕਰ ਅਸੀਂ ਕੱਢਦੇ ਹਾਂ ਉਸ ਨੂੰ ਤਾਂ ਉਹ ਫਿਰ ਮੈਂਬਰ ਪਾਰਲੀਮੈਂਟ ਤਾਂ ਰਹਿਣੀ ਆ, ਉਹ ਤਾਂ ਸਾਡੇ ਵੀ ਨਹੀਂ। ਜੇਕਰ ਉਹ ਅਸੀਂ ਵਜਨ ਦੀ ਹੈ ਤਾਂ ਫਿਰ ਦਲ ਬਦਲੂ ਦਾ ਕਾਨੂੰਨ ਲਾਗੂ ਹੁੰਦਾ ਉੱਥੇ, ਦਲ ਬਦਲੂ ਦਾ ਕਾਨੂੰਨ ਹੈਗਾ ਉਹ ਲਾਗੂ ਹੁੰਦਾ ਤੇ ਉਸ ਨੂੰ ਰਿਜ਼ਾਈਨ ਕਰਨਾ ਹੀ ਪੈਣਾ। ਸੋ ਇਸ ਗੱਲ ਤੇ ਪੇਚ ਫਸਿਆ ਉਹਦੇ ਪਾਸੇ। ਹੁਣ ਦੇਖੋ ਕਿਹੜਾ ਪਾਸਾ ਆਪਣਾ ਐਕਸ਼ਨ ਕਰਦਾ ਚਾਵਲਾ ਸਾਹਿਬ। ਚਲੋ ਜੇ ਅਸੀਂ ਗੱਲ ਕਰੀਏ ਤੁਹਾਡੇ ਮਿੱਤਰ ਫੋਟੋ ਚੇਂਜ ਕਰਤੀ ਹੈ ਜਾਂ ਰੱਖੀ ਹੈ ਜੇ ਨਾਲ ਫੋਟੋ? ਅੱਛਾ ਚੇਂਜ ਫੋਟੋ ਚੇਂਜ ਕਰ ਦੇਣੀ ਚਾਹੀਦੀ ਵੈਸੇ ਤਾਂ, ਬੜੀ ਗੱਲ ਸਹੀ ਹੈ। ਹੁਣ ਰਾਜਨੀਤੀ ਹੈ ਬੰਦਾ, ਕਿਉਂਕਿ ਪਾਰਟੀ ਬਣਾ ਕੇ ਚੋਣ ਲੜਨ ਦਾ ਐਲਾਨ ਕਰ ਰਹੇ ਨੇ ਤੁਹਾਡੇ ਯਾਰ। ਹਾਂ ਚੜੂ ਨਹੀਂ ਸਾਹਿਬ, ਬਾਤ ਹੈ। ਕੀ ਕਹਿਣਾ ਚਾਹੁੰਦੇ ਲੁਧੀ ਸਾਹਿਬ ਕੱਲ ਅੰਬਾਲੇ ਵਿੱਚ ਸੀਗੇ। ਅੰਬਾਲੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਚੋਣਾਂ ਲੜਾਂਗੇ, ਸਿਆਸੀ ਪਾਰਟੀ ਵੀ ਬਣਾਵਾਂਗੇ। ਸਿਆਸੀ ਪਾਰਟੀ ਦਾ ਨਾਂ ਵੀ ਰੱਖਿਆ ਮੇਰੇ ਖਿਆਲ 'ਚ ਉਹਨਾਂ ਨੇ, ਅਸੀਂ ਇਹੋ ਜਿਹੀ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਾਂ, ਪੰਜਾਬ ਦੇ ਲੋਕਾਂ ਦੇ ਹਿੱਤ ਦੀ ਪਾਰਟੀ ਬਣਾਉਣ ਜਾ ਰਹੇ ਹਾਂ। ਸੰਯੁਕਤ ਕਿਸਾਨ ਪਾਰਟੀ ਇਸ ਤਰ੍ਹਾਂ ਕੋਈ ਨਾਂ ਰੱਖਿਆ ਉਹਨੇ, ਸੰਯੁਕਤ ਕਿਸਾਨ ਮਜ਼ਦੂਰ ਪਾਰਟੀ ਹੈ, ਇੱਦਾਂ ਕੋਈ ਨਾਂ ਰੱਖਿਆ ਮੇਰੇ ਕੋਲ ਸਮਝ ਨਹੀਂ ਆਇਆ ਕਿ ਅਜੇ ਤੱਕ ਸਪਸ਼ਟ ਨਹੀਂ ਨਾਂ ਕਿਹਾ। ਸੰਯੁਕਤ ਨਾਲ ਜ਼ਰੂਰ ਰੱਖਿਆ ਉਹਨਾਂ ਨੇ, ਸੰਯੁਕਤ ਕਿਸਾਨ ਮੋਰਚਾ ਹੈਗਾ, ਸੰਯੁਕਤ ਨਾਲ ਪਾਰਟੀ ਦੇ ਨਾਂ ਜ਼ਰੂਰ ਲਾਇਆ ਉਹਨਾਂ ਨੇ। ਤੇ ਇਹੋ ਜਿਹੀ ਪਾਰਟੀ ਉਹ ਬਣਾਉਣ ਲੱਗੇ ਹੋਏ ਨੇ ਆਪਣੀ ਝੋਨੀ ਸਾਹਿਬ। ਤੇ ਉਹ ਇਸ ਐਲਾਨ ਤੋਂ ਬਾਅਦ ਫਿਰ ਕਾਫੀ ਰੌਲਾ ਤਾਂ ਪੈਣੀ ਹੈ। ਐਲਾਨ ਵੀ ਹੋ ਚੁੱਕਿਆ, ਪਹਿਲਾਂ 2 ਉਮੀਦਵਾਰ ਵੀ ਜਾਣੇ ਜਾ ਚੁੱਕੇ ਨੇ, ਹੋਰ ਉਮੀਦਵਾਰਾਂ ਦੀ ਤਿਆਰੀ ਆ ਵੀ ਕਿਹੜੇ ਉਮੀਦਵਾਰ ਅੱਗੇ ਆਉਣਗੇ। ਤੇ ਕਾਨੂੰਨ ਵਾਪਸ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਦੂਜੇ ਕਿਸਾਨ ਵੀ ਆਪਣਾ ਪੱਖ ਰੱਖਣਗੇ ਹੁਣ ਕਿ ਕਿਸਾਨ ਕਿਹੜੇ ਪਾਸੇ ਵੋਟ ਪਾਉਂਦੇ ਆ, ਕਿਹੜੇ ਪਾਸੇ ਐਲਾਨ ਕਰਦੇ ਆ। ਜੇ ਐਲਾਨ ਕਰਦੇ ਆ ਤਾਂ ਗੁਰਨਾਮ ਝੁੰਨੀ ਦੀ ਕੁਝ ਬੱਤੀ ਦੀ ਲੈਣੀ ਉੱਥੇ, ਜੇ ਚੁੱਪ ਕਰਕੇ ਚੋਣਾਂ ਲੜਦੇ ਆ ਫਿਰ ਗੁਰਨਾਮ ਝੁੰਨੀ ਕੁਛ ਨਾ ਹੱਕ ਪੰਜਾਬ 'ਚ ਮਾਰ ਸਕਦਾ ਹੈ। ਇਹ ਵੀ ਗੱਲ ਸੱਚ ਚਾਵਲਾ ਸਾਹਿਬ। ਪਰ ਹੁਣ ਪੱਕਾ ਆ ਗਿਆ ਕਿ ਆਪਾਂ ਚੋਣ ਲੜਨੀ ਆ, ਹਰਿਆਣਾ ਅਸੀਂ ਬਾਅਦ 'ਚ ਦੇਖਾਂਗੇ, ਇਹ ਵੀ ਲੜਦੇ ਆ। ਅੱਜ ਵਰ੍ਹੇਗੰਢ ਹੈ ਕਿਸਾਨ ਅੰਦੋਲਨ ਦੀ। 1 ਸਾਲ ਦੇ ਵਿੱਚ ਚਲੋ ਕਿਸਾਨਾਂ ਨੇ ਆਪਣਾ ਮੋਰਚਾ ਵੀ ਇੱਕ ਕਿਸਮ ਦਾ ਕਹਿ ਲਓ ਕਿ ਫਤਿਹ ਕਰ ਲਿਆ। ਜਿਹੜੇ ਉਹਨਾਂ ਨੇ ਵਚਨ ਕਹੇ ਸਨ ਕਿ ਇਹ ਅਸੀਂ ਵਾਪਸ ਕਰਵਾ ਕੇ ਹੀ ਵਾਪਸ ਮੁੜਾਂਗੇ, ਪਰੰਤੂ ਚਲੋ ਜਿਸ ਤਰੀਕੇ ਦੇ ਨਾਲ ਵਾਪਸ ਹੋਏ ਨੇ ਜਾਂ ਜਿਸ ਤਰੀਕੇ ਨਾਲ ਪੂਰਾ ਵਾਪਸ ਹੋਣਾ ਹੈ, ਹਾਂਜੀ ਜ਼ੀਰੋ ਤੇ ਜਾਣਾ, ਉਦੋਂ ਬਾਅਦ ਇੱਕ ਦੂਸਰੇ ਟਰਮ ਦੇ ਵਿੱਚ ਜਾਵਾਂਗੇ, ਦੂਜੇ ਫੇਸ ਦੇ ਵਿੱਚ ਜਾਣਗੇ। ਕਮੇਟੀ ਬਣਨੀ ਹੈ, ਉੱਥੇ ਕਮੇਟੀ ਦੇ ਕਿਹੜੇ
ਕਿਹੜੇ ਮੈਂਬਰ ਵਿੱਚ ਇਹਨਾਂ ਦੇ ਸ਼ਾਮਲ ਹੁੰਦੇ ਨੇ, ਉੱਥੋਂ ਕਿਹੜੇ ਮਹਾਰਥੀ ਆਉਂਦੇ ਨੇ, ਉੱਥੇ ਕੀ ਗੂੰਦਾਂ ਗੁੰਦੀ ਜਾਂਦੀਆਂ ਨੇ, ਇਹ ਤਾਂ ਇੱਕ ਸਮੇਂ ਦੀ ਬੁੱਕਲ ਤੇ ਹੈ। ਪਰੰਤੂ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਣਗੇ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਹੈ। ਬੜੀ ਵੱਡੀ ਤਾਦਾਦ ਦੇ ਵਿੱਚ ਫਿਰ ਉਹੋ ਜਿਹਾ ਸੀਨ ਹੀ ਦਿਖਾਈ ਦੇ ਰਿਹਾ ਜਿਵੇਂ ਪਿਛਲੇ 26 ਜਨਵਰੀ ਤੋਂ ਪਹਿਲਾਂ ਟਰੈਕਟਰ ਟਰੈਲੀਆਂ ਤਿਆਰ ਹੋਈਆਂ ਸਨ ਅਤੇ ਪੂਰਾ ਵਿਸ਼ਵ ਦਾ ਮੀਡੀਆ, ਸੋਸ਼ਲ ਨੈਟਵਰਕ ਮੀਡੀਆ ਪਲ ਪਲ ਦੀ ਖਬਰ ਜਿਹੜੀ ਸੀ ਉਹ ਸ਼ੇਅਰ ਕਰ ਰਿਹਾ ਸੀ, ਦਿਖਾ ਰਿਹਾ ਸੀ। 26 ਤੋਂ ਬਾਅਦ ਜੋ ਕੁਝ ਹੋਇਆ ਉਹ ਅਸੀਂ ਤੁਸੀਂ ਸਭ ਜਾਣਦੇ ਹਾਂ, ਪਰ ਹੁਣ ਇੱਕ ਵਾਰੀ ਫਿਰ ਤੋਂ ਉੱਦਾਂ ਦੀਆਂ ਹੀ ਰੌਣਕਾਂ ਉੱਥੇ ਲੱਗਣੀਆਂ ਸ਼ੁਰੂ ਹੋਈਆਂ ਨੇ। ਕੀ ਕਹਿਣਾ ਚਾਹੋਗੇ? ਚੌਧਰੀ ਸਾਹਿਬ, ਅੱਜ ਜਿਹੜਾ ਕਿ ਫੈਸਲਾ ਹੋਇਆ ਇਹਨਾਂ ਦਾ ਕਾਲਾ ਸੰਘੂ ਬਾਰਡਰ ਤੇ ਇਕੱਠੇ ਹੋਣਗੇ ਬਹੁਤ ਸਾਰੇ ਕਿਸਾਨ ਅੱਜ ਪੰਜਾਬ ਤੋਂ, ਜਿਹੜੇ ਇੱਧਰਲੇ ਜਿਹੜੇ ਨਾ ਪੁਆਧੀ ਖੇਤਰ ਹੈਗਾ, ਦੁਆਬਾ ਖੇਤਰ ਹੈਗਾ ਤੇ ਤੁਹਾਡਾ ਮਾਝਾ ਖੇਤਰ ਹੈਗਾ, ਉਸ ਇਲਾਕੇ ਦੇ ਕਿਸਾਨ ਇਕੱਠੇ ਹੋਣਗੇ। ਮਾਲਵੇ ਦਾ ਕੋਈ ਏਰੀਆ ਜਾਏਗਾ ਉੱਧਰਲੇ ਪਾਸੇ ਨੂੰ, ਜਿਹੜਾ ਖਨੌਰੀ ਇਲਾਕਾ ਹੈਗਾ ਉਹ ਖਨੌਰੀ ਦੇ ਪਾਸੇ ਨੂੰ ਜਾਣਾ, ਮਾਲਵਾ ਦਾ ਖੇਤਰ ਵੱਡੇ ਪੱਧਰ ਤੇ। ਇਹ ਮਾਝਾ, ਪੁਆਧ ਤੇ ਦੁਆਬਾ ਇਹ ਜਾਣਗੇ ਅੱਜ ਸਿੰਘੂ ਬਾਰਡਰ ਤੋਂ, ਤੇ ਨਾ ਇਹ ਸੰਭੂ ਬਾਰਡਰ ਤੋਂ ਹੁੰਦੇ ਹੋਏ ਉਹ ਸਿੱਧਾ ਦਿੱਲੀ ਪਹੁੰਚਣਗੇ। ਬੜਾ ਵੱਡਾ ਸੰਘਰਸ਼ ਚੱਲਿਆ ਚੌਧਰੀ ਸਾਹਿਬ, ਸਾਲ ਪੂਰਾ ਹੋ ਗਿਆ। ਪੰਜਾਬ ਦੇ ਵਿੱਚ 14 ਮਹੀਨੇ ਹੋ ਚੁੱਕੇ ਨੇ ਇਸ ਸੰਘਰਸ਼ ਨੂੰ, ਤੇ ਦਿੱਲੀ ਦੇ ਬੈਠਿਆਂ ਨੂੰ 1 ਸਾਲ ਹੋ ਗਿਆ। ਬਹੁਤ ਕੁਝ ਕੀਤਾ। ਜਿਹੜੇ ਭਾਜਪਾਈ ਬੰਦੇ ਸੀਗੇ, ਕਦੇ ਕੁੜੀਆਂ ਭੇਜੀਆਂ, ਕਦੇ ਉੱਥੇ ਬਦਨਾਮ ਕਰਨ ਵਾਸਤੇ ਕੁੱਲੀਆਂ ਸਾੜੀਆਂ ਗਈਆਂ, ਕਦੇ ਉੱਥੇ ਕਿਸਾਨ ਕਿੰਨਾਂ ਦੀ ਮੌਤ ਹੋ ਚੁੱਕੀ ਆ, ਤੇ ਇਹ ਸਾਰਾ ਕੁਝ ਝੱਲਦੇ ਝਲਾਉਂਦੇ ਤੇ ਮੋਰਚਾ ਵਾਪਸੀ ਹੋਣ ਲੱਗਿਆ ਸੀਗਾ। 2 ਬੁੱਧਾਂ ਨਿਕਲੀਆਂ ਅੱਖਾਂ ਵਿੱਚੋਂ, ਔਰਕੇਸਟ ਕੈਬ ਦੀਆਂ, ਮੋਰਚਾ ਫਿਰ ਖੜਾ ਹੋ ਗਿਆ। ਲੰਮਾ ਸਮਾਂ ਚੱਲਦਾ, 1 ਸਾਲ ਦੇ ਵਿੱਚ 750 ਦੇ ਕਰੀਬ ਕਿਸਾਨਾਂ ਦੀ ਜਾਨ ਗਵਾਉਂਦਾ ਹੋਇਆ ਇਹ ਮੋਰਚਾ 1 ਸਾਲ ਪੂਰਾ ਕਰ ਗਿਆ। ਤੇ ਇਸ 1 ਸਾਲ ਦੇ ਵਿੱਚ ਭਾਵੇਂ ਜੋ ਮਰਜ਼ੀ ਹੋਇਆ ਹੋਵੇ, ਜਿੱਤ ਭਾਵੇਂ ਕਿਸਾਨਾਂ ਦੀ ਹੋ ਚੁੱਕੀ ਹੈ, ਪਰ ਮੋਦੀ ਸਰਕਾਰ ਉੱਤੇ ਕਿ ਬੜਾ ਵੱਡਾ ਕਲੰਕ ਰਹੇਗਾ ਸਾਰੀ, ਕਿਉਂਕਿ ਸਭ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਤੇ ਲੰਮਾ ਸੰਘਰਸ਼ ਚੱਲਿਆ ਹੈ ਵਿਸ਼ਵ ਦਾ। ਪਹਿਲਾਂ ਜਿਹੜੇ ਅਜੀਤ ਸਿੰਘ ਸੀਗੇ, ਭਗਤ ਸਿੰਘ ਦੇ ਚਾਚਾ ਜੀ, ਉਹਨਾਂ ਦਾ ਸੀਗਾ ਅੰਦੋਲਨ ਭਗਤ ਦੀ ਸਮਾਜ ਜੱਟਾਂ, ਉਹ ਚੱਲਿਆ ਸੀ 9 ਮਹੀਨੇ ਅੰਗਰੇਜ਼ਾਂ ਖਿਲਾਫ। ਇਹ 1 ਸਾਲ ਚੱਲ ਗਿਆ, 1 ਸਾਲ ਤੋਂ ਵੱਧ ਚੱਲ ਗਿਆ। ਇਸ ਕਰਕੇ ਸੰਘਰਸ਼ ਮੋਰਚਾ ਬਹੁਤ ਵੱਡਾ ਹੈਗਾ। ਅੱਜ ਤਸਵੀਰਾਂ ਹੋਣਗੀਆਂ, ਹਜ਼ਾਰਾਂ ਕਿਸਾਨ ਉੱਥੇ ਇਕੱਠੇ ਹੋ ਰਹੇ ਨੇ, ਵਿਹਰਾਂ ਕੱਟ ਕੇ ਜਾ ਰਹੇ ਨੇ ਉੱਥੇ ਵੱਡੇ ਪੱਧਰ ਤੇ ਨੌਜਵਾਨ ਕੀ, ਬਜ਼ੁਰਗ ਕੀ, ਤੇ ਹੱਕਾ ਦਿੱਤਾ ਉਹਨਾਂ, ਹੋਕਾ ਦਿੱਤਾ ਉਹਨਾਂ ਨੇ ਕਿ ਡਾਕਟਰ ਵੀ ਆਓ ਜੀ, ਖੇਤ ਮਜ਼ਦੂਰ ਵੀ ਆਓ ਜੀ, ਟ੍ਰੇਡ ਯੂਨੀਵਰਸਿਟੀ ਵੀ ਆਓ ਜੀ, ਸਾਰੇ ਬੰਦੇ ਆਓ ਜੀ, ਆਪਾਂ ਇਕੱਠੇ ਹੋ ਕੇ ਜਸ਼ਨ ਮਨਾਈਏ। ਜੀ, ਆਖਰੀ ਕੁਐਸਚਨ ਆ। ਵੈਸੇ ਤੇ 2 ਨੇ, ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦਸੂਆ ਤੋਂ ਖਬਰ ਹੈ ਕਿ ਰੈਲੀਆਂ ਵਗੈਰਾ ਹੁੰਦੀਆਂ ਰਹੀਆਂ, ਪੱਤਰਕਾਰਾਂ ਦੀਆਂ ਤੇਜ਼ ਤਰਾਜ ਜਿਹੜੀਆਂ ਨੇ ਵਿਛਾੜਾ ਤੋਂ ਵੱਜਦੇ ਰਹੇ। ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਕਸੂਤਾ ਫਸਦਾ ਨਜ਼ਰ ਆ ਰਿਹਾ, ਕਿਉਂਕਿ ਇੱਕ ਕੇਸ ਚੱਲ ਰਿਹਾ ਦਿੱਲੀ ਹਾਈ ਕੋਰਟ ਵਿੱਚ ਦੋਹਰਾ ਸੰਵਿਧਾਨ ਰੱਖਣ ਦੇ ਮਾਮਲੇ ਦੇ ਵਿੱਚ। 25 ਫਰਵਰੀ ਨੂੰ ਸੁਣਵਾਈ ਦੀ ਖਬਰ ਆ ਰਹੀ ਹੈ। ਕੀ ਕਹਿਣਾ ਚਾਹੋਗੇ? ਚਵਲਾ ਸਾਹਿਬ, ਇੱਕ ਤਾਂ ਕੇਸ ਚੱਲ ਰਿਹਾ ਇਹ ਹੁਸ਼ਿਆਰਪੁਰ ਕੋਰਟ ਦੇ ਵਿੱਚ, ਜਿਹੜਾ ਕਿ ਆਪਣਾ ਬਲਵੰਤ ਸਿੰਘ ਖੇੜਾ ਉਹਨਾਂ ਨੇ ਕੀਤਾ ਹੋਇਆ। ਇਹ ਕੇਸ ਵੀ ਬਲਵੰਤ ਸਿੰਘ ਖੇੜਾ ਉਹਨਾਂ ਦਾ ਕੀਤਾ ਹੋਇਆ। ਇਹ ਕੇਸ ਵੀ ਉਹਨਾਂ ਦੀ ਹੈ, ਸੇਮ ਸਿਮਿਲਰ ਇੱਕੋ ਹੀ ਪਟੀਸ਼ਨ ਕਰਤਾ ਹੈਗਾ, ਸੰਸਥਾ ਹੈ ਇੱਕ, ਉਹਨਾਂ ਦੇ ਵਿੱਚ ਕੰਮ ਮੇਨ ਤੌਰ ਤੇ ਸਾਈਨ ਕੀਤੇ ਬਲਵੰਤ ਸਿੰਘ ਖੇੜਾ ਨੇ। ਤੇ ਇਹ ਕੇਸ ਦਿੱਲੀ ਹਾਈ ਕੋਰਟ ਵਿੱਚ ਚੱਲ ਰਿਹਾ। ਕਾਰਨ ਕਿ ਦਿੱਲੀ ਦੇ ਵਿੱਚ ਇਸ ਕਰਕੇ ਕਿ ਚੋਣ ਕਮਿਸ਼ਨ ਦੇ ਕੋਲ ਇਹਨਾਂ ਨੇ ਸੰਵਿਧਾਨ ਪੇਸ਼ ਕੀਤਾ, ਉਹਦੇ ਵਿੱਚ ਕਿਹਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਹੈ, ਅਸੀਂ ਕਿਸੇ ਧਰਮ ਦੇ ਨਾਲ ਨਹੀਂ ਹੈਗੇ। ਇੱਕ ਤਾਂ ਗੁਰਦੁਆਰਾ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕੀਤਾ, ਗੁਰਦੁਆਰਾ ਜਿਹੜੇ ਇਲੈਕਸ਼ਨ ਕਮਿਸ਼ਨ ਕੋਲ, ਸੌਰੀ, ਉਸ ਇਲੈਕਸ਼ਨ ਕਮਿਸ਼ਨ ਦੇ ਕੋਲੇ ਕਿਹਾ ਕਿ ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਧਾਰਮਿਕ ਪਾਰਟੀ ਹੈਗੀ ਆ। 2 ਸੰਵਿਧਾਨ ਨੇ ਇਸ ਪਾਰਟੀ ਦੇ, ਚੋਣਾਂ ਲੜਦੇ ਆ, ਐਲਾਨੀ ਚੋਣ ਲੜਦੇ ਆ, ਇਹ ਧਾਰਮਿਕ ਚੋਣਾਂ ਲੜਦੇ ਆ, ਸਿਆਸੀ ਚੋਣ ਲੜਦੇ, 2 ਪਾਸੇ ਲੜਦੇ ਆ ਇਹ। ਤੇ ਇਹ ਕੇਸ ਜਿਹੜਾ ਹੈਗਾ ਹੁਣ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਲਈ ਖੜਾ ਹੋ ਗਿਆ। ਪਾਇਆ ਤਾਂ ਕੇਸ ਕਾਫੀ ਪਹਿਲਾਂ ਹੈਗਾ, 2004 ਤੋਂ ਚੱਲ ਰਿਹਾ ਮਾਮਲਾ ਹੈ, ਪਰ ਧੀਮੀ ਗਤੀ ਚੱਲ ਰਿਹਾ ਸੀਗਾ। ਹੁਣ ਵਕੀਲ ਨੇ ਕਿਹਾ ਹਾਈ ਕੋਰਟ ਨੂੰ ਕਿ ਇਹ ਚੋਣਾਂ ਅੱਗੇ ਆ ਰਹੀਆਂ ਨੇ ਜੀ, ਜੇ ਚੋਣਾਂ ਤੋਂ ਪਹਿਲਾਂ ਫੈਸਲਾ ਨਾ ਹੋਇਆ ਫਿਰ ਚੋਣਾਂ ਲੜ ਦੇਣਗੇ, ਇਹ ਜਲਦੀ ਫੈਸਲਾ ਕਰੋ। ਉਹਨਾਂ ਨੇ ਕਿਹਾ ਵੀ ਚਲੋ ਠੀਕ ਆ, ਉਹਨਾਂ ਨੇ ਤੁਰੰਤ ਫੈਸਲਾ ਕਰਕੇ ਅਗਲੀ ਪੇਸ਼ੀ 25 ਫਰਵਰੀ ਪਾਈ ਹੈ। 25 ਫਰਵਰੀ ਨੂੰ ਕਹਿੰਦੇ ਅਸੀਂ ਕੋਈ ਨਵੀਂ ਕਾਰਵਾਈ ਤੇ ਕਰਾਂਗੇ। ਚਲੋ ਸਭ ਫਸਦੇ ਨੇ ਕਸੂਤੇ ਬਾਦਲ ਦਲ ਦੇ ਬੰਦੇ। ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਵੀ ਹੋ ਸਕਦੀ ਆ। ਬੜਾ ਕੁਝ ਆ ਜੀ ਉਹਨਾਂ ਕੋਲ, ਮਾਨਤਾ ਰੱਦ ਤਾਂ ਨਹੀਂ ਹੁੰਦੀ, ਭਾਵੇਂ ਪਤੀ ਪਤਨੀ ਦਾ ਰਿਸ਼ਤਾ ਅਜੇ ਤਰੇੜਾਂ 'ਚ ਹੈ ਜੀ, 9 ਮਾਸ ਦਾ ਰਿਸ਼ਤਾ ਅਜੇ ਵੱਖ-ਵੱਖ ਹੈ, ਵੱਡੇ ਭਰਾ ਛੋਟੇ ਭਰਾ ਵਾਲਾ ਰਿਸ਼ਤਾ, ਪਰ ਕਿਤੇ ਨਾ ਕਿਤੇ ਜਿਹੜਾ ਨਾ ਸਾਂਝਾਂ ਜਿਹੜੀਆਂ ਅਜੇ ਵੀ ਗੂੰਦਾਂ ਗੁੰਦੀਆਂ ਜਾ ਰਹੀਆਂ। ਕੋਣਾ ਕੁਛ ਨਹੀਂ ਹੋਣਾ, ਨਾ ਬਰਗਾੜੀ ਵਾਲੇ ਮੋਰਚੇ ਦਾ ਹੋਣਾ ਕੁਛ ਹੋਇਆ। 84 ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਖੱਟਿਆ? ਕਿ ਇੱਕ ਫੈਸਲਾ ਦੱਸੋ ਤੁਹਾਡੇ ਹੱਕ 'ਚ ਹੋਇਆ ਹੋਵੇ। ਜੇਲ੍ਹਾਂ ਦੇ ਵਿੱਚ ਨੌਜਵਾਨੀ ਜਿਹੜੀ ਆ ਉਹ ਘੁਣ ਵਾਂਗੂ ਪਿਸ ਰਹੀ ਹੈ।
ਜੇ ਕਦੇ ਨੂੰ ਕਿਤੇ ਜ਼ਮਾਨਤ ਮਿਲ ਗਈ ਹੈ ਤਾਂ ਕੋਈ ਲੱਕੀ ਹੋਊਗਾ, ਕਿੱਥੇ ਆ? ਸਭ ਕੁਰਸੀ ਆ, ਕੁਰਸੀ 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 ਕੁਰਸੀ। ਸਰੂਪਾਂ ਦਾ ਕੀ ਹੋਇਆ? 328 ਸਰੂਪਾਂ ਦਾ ਡਾਂਗਾ ਮਾਰ ਮਾਰ ਕੇ ਉਹਨਾਂ ਨੇ ਭਜਾ ਦਿੱਤਾ ਕਿ ਨਾ ਉੱਥੋਂ ਸ਼੍ਰੋਮਣੀ ਕਮੇਟੀ ਵਾਲੇ ਨੇ ਗੁਰੂ ਦੇ ਗੋਲਕ ਦੇ ਰਾਖਿਆ ਨੇ। ਉਹੀ ਗੋਲਕ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ ਹੁੰਦੀ, ਉਹੀ 300 ਸਰੂਪ ਜਿਹਨਾਂ ਨੂੰ ਅਸੀਂ 328 ਸਰੂਪ ਜਿਹਨਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਜਿੱਥੇ ਅਸੀਂ ਦਹਾਨੂਆਂ ਦੀ ਕਿਰਤ ਕਮਾਈ ਆਪਣੀ ਕੱਢ ਕੇ ਹੁੰਦੇ। ਉਸ ਕਮਾਈ ਨਾਲ ਪਲਣ ਵਾਲਿਆਂ ਨੇ ਕਿੱਦਾਂ ਗਿੱਦੜ ਕੁੱਟ ਕੀਤੀ ਤੇ ਭਜਾਏ? ਕੋਈ ਬਣਿਆ? ਦੱਸੋ। ਕੋਈ ਨਾ ਕੋਈ ਦਾ ਪੇਜ ਹੋਰ ਖੇਡਿਆ ਜਾਊਗਾ, ਕੁਰਸੀ ਹਥਿਆਉਣ ਵਾਸਤੇ ਹਥਿਆਈ ਜਾ ਰਹੀ ਹੈ। ਤੁਸੀਂ ਅਸੀਂ ਗੱਲਾਂ ਕਰਦੇ ਰਹਿਣਾ, ਬਸ ਇੱਦਾਂ ਸਮਾਂ ਲੰਘੀ ਜਾਂਦਾ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।